ਅਰਸ਼ਦੀਪ ਜੀ, ਭਾਰਤ ਵੱਲੋਂ ਚੀਨ ਦੇ ਜਿਹੜੇ 59 ਐਪ ਸੀ ਉਹਨਾਂ ਤੇ ਪਾਬੰਦੀ ਲਗਾ ਦਿੱਤੀ ਗਈ। ਉਸ ਤੋਂ ਬਾਅਦ ਚੀਨ ਨੇ ਖੂਬ ਤੇਵਰ ਵਿਖਾਏ, ਬੜਾ ਕੁਝ ਬੁਰਾ ਭਲਾ ਵੀ ਬੋਲਿਆ, ਜਿਸ ਤੋਂ ਬਾਅਦ ਅਮਰੀਕਾ ਵੀ ਕਿਤੇ ਨਾ ਕਿਤੇ ਤੈਸ਼ ਵਿੱਚ ਆਇਆ ਤੇ ਅਮਰੀਕਾ ਨੇ ਇਹ ਐਲਾਨ ਕੀਤਾ ਹੈ ਕਿ ਏਸ਼ੀਆ ਦੇ ਜਿਹੜੇ ਦੇਸ਼ ਨੇ ਉਹਨਾਂ ਨੂੰ ਫੌਜ ਦਿੱਤੀ ਜਾਏਗੀ, ਕਿਉਂਕਿ ਜਿਹੜਾ ਚੀਨ ਹੈ ਉਹ ਗੁਆਂਢੀ ਮੁਲਕਾਂ ਨੂੰ ਡਰਾਉਣ ਦਾ ਕੰਮ ਕਰ ਰਿਹਾ ਹੈ। ਜੀ, ਚੀਨ ਤੇ ਭਾਰਤ ਦਾ ਵਿਵਾਦ ਕਾਫੀ ਚਰਚਾ ਦੇ ਵਿੱਚ ਬਣਿਆ ਹੋਇਆਗਾ। ਸਭ ਤੋਂ ਪਹਿਲਾਂ ਜੇ ਮੈਂ ਅਮਰੀਕਾ ਦੀ ਗੱਲ ਕਰਾਂ, ਜੇ ਤਾਂ ਮੈਂ ਇੱਕ ਅਮਰੀਕਨ ਨੀਤੀ ਪੱਖੀ ਹੋਵਾਂ ਤਾਂ ਮੇਰਾ ਨਜ਼ਰੀਆ ਇਹ ਹੋਊਗਾ ਕਿ ਅਮਰੀਕਾ ਇੱਕ ਬਹੁਤ ਵਧੀਆ ਮੁਲਕ ਹੈ, ਵਰਲਡ ਦੀ ਸੁਪਰ ਪਾਵਰ ਹੈ ਤੇ ਅਮਰੀਕਾ ਵੱਲੋਂ ਜਿੱਥੇ ਵੀ ਆਰਮੀ ਲਗਾਈ ਜਾਂਦੀ ਹੈ ਕਿ ਉਹ ਸੰਸਾਰ ਪੱਧਰ ਤੇ ਸ਼ਾਂਤੀ ਦੇ ਲਈ ਲਾਈ ਜਾਂਦੀ ਹੈ, ਕਿਉਂਕਿ ਜਿੱਥੇ ਅੱਤਵਾਦੀ ਗਰੁੱਪ ਸੰਗਠਿਤ ਹੁੰਦੇ ਨੇ ਜਾਂ ਕਿਸੇ ਦੇਸ਼ ਦੇ ਅਧਿਕਾਰ ਮਾਰੇ ਜਾਂਦੇ ਨੇ ਤਾਂ ਉੱਥੇ ਅਮਰੀਕਨ ਆਰਮੀ ਲਾਈ ਜਾਂਦੀ ਹੈਗੀ ਤੇ ਅਮਰੀਕਾ ਜਿਹੜਾ ਉਹ ਦੁਨੀਆ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਵਾਲਾ ਇੱਕ ਮਸੀਹਾ ਹੈਗਾ। ਜੇ ਮੈਂ ਅਮਰੀਕੀ ਪੱਖੀ ਹੋਵਾਂ ਤਾਂ ਮੈਂ ਇਹ ਗੱਲ ਕਰ ਸਕਦਾਗਾ, ਪਰ ਜੇ ਮੈਂ ਅਮਰੀਕੀ ਵਿਰੋਧੀ ਹੋਵਾਂ ਤਾਂ ਮੈਂ ਇਹ ਕਹਿ ਸਕਦਾ ਕਿ ਅਮਰੀਕਾ ਬਿਨਾਂ ਗੱਲ ਤੋਂ ਪੂਰੀ ਦੁਨੀਆ ਦਾ ਚੌਧਰੀ ਬਣਿਆ ਹੋਇਆਗਾ। ਸਾਰੇ ਮੁਲਕ ਆਪਣੇ ਮਸਲੇ ਖੁਦ ਨਿਬੇੜ ਸਕਦੇ ਨੇ। ਅਮਰੀਕਾ ਨੂੰ ਹਰ ਜਗ੍ਹਾ ਲੱਤ ਫਸਾਉਣ ਦੀ ਜ਼ਰੂਰਤ ਕੀ ਹੁੰਦੀ ਹੈਗੀ? ਅਮਰੀਕਾ ਕਿਉਂ ਜਿਹੜਾ ਹੈਗਾ ਸਾਰੀ ਦੁਨੀਆ ਦਾ ਚੌਧਰੀ ਬਣਿਆ ਹੋਇਆਗਾ? ਜੇ ਮੈਂ ਅਮਰੀਕਾ ਦਾ ਵਿਰੋਧੀ ਹੋਵਾਂ ਤਾਂ ਇਸ ਤਰ੍ਹਾਂ ਦੀ ਗੱਲਬਾਤ ਕਰ ਸਕਦਾਗਾ, ਪਰ ਜੇ ਮੈਂ ਥੋੜੀ ਬਹੁਤੀ ਸੋਝੀ ਰੱਖਣ ਵਾਲਾ ਇਨਸਾਨ ਹੋਵਾਂ ਤੇ ਥੋੜਾ ਬਹੁਤਾ ਨੀਤੀਆਂ ਨੂੰ ਸਮਝਦਾ ਹੋਵਾਂ ਤਾਂ ਮੈਂ ਜੇ ਨਜ਼ਰੀਆ ਰੱਖਦਾਗਾ ਕਿ ਅਮਰੀਕਾ ਜਿਹੜਾ ਹੈਗਾ, ਅਮਰੀਕਾ ਦੇ ਇਸ ਸਮੇਂ ਇੱਕ ਤਾਂ ਆਰਥਿਕ ਹਿੱਤ ਨੇ ਕਿ ਅਮਰੀਕਾ ਆਪਣੇ ਆਰਥਿਕ ਹਿੱਤਾਂ ਦੇ ਲਈ ਹਮੇਸ਼ਾ ਕੁਝ ਵੀ ਕਰ ਸਕਦਾ, ਕਿਤੇ ਵੀ ਕਰ ਸਕਦਾ, ਪਰ ਉਹਨਾਂ ਦੇ ਆਰਥਿਕ ਹਿੱਤ ਜਿਹੜੇ ਹੈਗੇ ਨੇ ਉਹ ਪੂਰੀ ਤਰ੍ਹਾਂ ਮਜ਼ਬੂਤ ਹੋਣੇ ਚਾਹੀਦੇ ਨੇ। ਇਸ ਸਮੇਂ ਭਾਰਤ ਚੀਨ ਮਾਮਲੇ ਦੇ ਵਿੱਚ ਲਗਾਤਾਰ ਦਖਲ ਅੰਦਾਜ਼ੀ ਜਿਸ ਤਰ੍ਹਾਂ ਅਮਰੀਕਾ ਵੱਲੋਂ ਕੀਤੀ ਜਾ ਰਹੀ ਹੈ, ਕਦੇ ਉਹਨਾਂ ਦੇ ਰਾਸ਼ਟਰਪਤੀ ਬਿਨਾਂ ਹੀ ਮੰਗੇ ਕਹਿ ਦਿੰਦੇ ਨੇ ਕਿ ਮੈਂ ਵਿਚੋਲਾ ਬਣਨ ਨੂੰ ਤਿਆਰ ਹਾਂ, ਕਦੇ ਜਿਹੜਾ ਹੈਗਾ ਚੀਨ ਦੇ ਵਿਰੁੱਧ ਲਗਾਤਾਰ ਦਬਾਅ ਬਣਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਤਾਂ ਉਹਦਾ ਕਾਰਨ ਇਹ ਹੈ ਕਿ ਅਮਰੀਕਾ ਦੇ ਮੁਕਾਬਲੇ ਜੇਕਰ ਕੋਈ ਆਰਥਿਕ ਸ਼ਕਤੀ ਇਸ ਸਮੇਂ ਸੰਸਾਰ ਦੇ ਵਿੱਚ ਉੱਭਰ ਰਹੀ ਹੈ ਤਾਂ ਉਹ ਚੀਨ ਆਗਾ। ਤਾਂ ਚੀਨ ਨੂੰ ਰੋਕਣਾ ਅਮਰੀਕਾ ਦੇ ਲਈ ਬੇਹੱਦ ਜ਼ਰੂਰੀ ਹੈ। ਇਸ ਲਈ ਅਮਰੀਕੀ ਸਿਆਸਤਦਾਨ ਜਾਂ ਅਮਰੀਕੀ ਨੀਤੀ ਘੜਤਾ ਜਿਹੜੇ ਹੈਗੇ ਨੇ ਉਹ ਚੀਨ ਨੂੰ ਠਿੱਬੀ ਲਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਭਾਰਤ ਤੇ ਚੀਨ ਦੇ ਦਰਮਿਆਨ ਸੰਬੰਧ ਤਾਂ ਅੱਜ ਦੇ ਨਹੀਂ ਖਰਾਬ, ਇਹ ਤਾਂ ਹਮੇਸ਼ਾ ਹੀ ਖਰਾਬ ਹੁੰਦੇ ਰਹੇ ਨੇ ਤੇ ਇਹ ਕਦੇ ਇੰਨੇ ਖਰਾਬ ਵੀ ਨਹੀਂ ਹੋਏ ਕਿ ਵਪਾਰਕ ਰਿਸ਼ਤੇ ਖਤਮ ਹੋ ਗਏ ਹੁਣ ਦੋਵੇਂ ਮੁਲਕਾਂ ਦੇ ਦਰਮਿਆਨ, ਕਿਉਂਕਿ ਵਪਾਰ ਲਗਾਤਾਰ ਵੱਧਦਾ ਰਿਹਾਗਾ। ਚੀਨ ਦੀ ਤਰੱਕੀ ਦੇ ਨਾਲ ਵਪਾਰ ਲਗਾਤਾਰ ਵੱਧਦਾ ਰਿਹਾਗਾ। ਤਾਂ ਇੱਥੇ ਇਹ ਹੈ ਕਿ ਅਰਬ ਦੇ ਵਿੱਚ ਵੀ ਅਮਰੀਕੀ ਫੌਜ ਲਾਈ ਗਈ ਹੈਗੀ। ਅਰਬ ਦੇ ਵਿੱਚ ਅਮਰੀਕੀ ਫੌਜ ਲਾਈ ਗਈ ਕਿਉਂਕਿ ਉੱਥੋਂ ਦਾ ਤੇਲ ਜਿਹੜਾ ਸੀਗਾ ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇਲ ਦਾ ਮਸਲਾ ਸੀ। ਇਸ ਕਰਕੇ ਤੇਲ ਤੇ ਕਬਜ਼ਾ ਕਰਨ ਦੇ ਲਈ ਅਮਰੀਕਾ ਵੱਲੋਂ ਅਰਬ ਦੇ ਵਿੱਚ ਦਖਲ ਅੰਦਾਜ਼ੀ ਵਧਾਈ ਗਈ ਤੇ ਜਿਹੜਿਆਂ ਨੇ ਸਾਹਮਣੇ ਤੋਂ ਅੱਖਾਂ ਕੱਢੀਆਂ ਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਵਿਰੁੱਧ ਬਗਾਵਤ ਹੋਈ ਤੇ ਉਹਦੇ ਬਾਅਦ ਉੱਥੇ ਅਮਰੀਕੀ ਆਰਮੀ ਉਸ ਮੁਲਕ ਦੀ ਸ਼ਾਂਤੀ ਸਥਾਪਿਤ ਕਰਨ ਦੇ ਵਿੱਚ ਲੱਗ ਗਈ। ਇਸ ਤੋਂ ਇਲਾਵਾ ਯੂਰਪ ਦੇ ਵਿੱਚ ਲਗਾਤਾਰ ਅਮਰੀਕੀ ਫੌਜ ਜਿਹੜੀ ਹੈਗੀ ਰਹਿੰਦੀ ਹੈਗੀ, ਕਿਉਂਕਿ ਯੂਰਪੀ ਮੁਲਕ ਜਿਹੜੇ ਨੇ ਉਹਨਾਂ ਨੂੰ ਰੱਖਿਅਕ ਜਿਹੜੀ ਸਾਂਭ ਸੰਭਾਲ ਦਾ ਜ਼ਿੰਮਾ ਹੈਗਾ ਕੁਝ ਮੁਲਕਾਂ ਦਾ ਉਹ ਅਮਰੀਕਾ ਦੇ ਕੋਲ ਹੀ ਹੈ, ਕਿਉਂਕਿ ਯੂਰਪ ਦੇ ਵਿੱਚ ਜਰਮਨੀ ਜਾਂ ਫਰਾਂਸ ਵਰਗੇ ਮੁਲਕਾਂ ਨੂੰ ਜੇ ਅਸੀਂ ਛੱਡ ਦਈਏ ਤਾਂ ਬਾਕੀ ਮੁਲਕਾਂ ਕੋਲੇ ਆਰਮੀ ਨਹੀਂ ਹੈਗੀ। ਤੇ ਅਮਰੀਕਾ ਦਾ ਗਵਾਂਢੀ ਜਿਹੜਾ ਕੈਨੇਡਾ ਹੈਗਾ, ਕੈਨੇਡਾ ਕੋਲੇ ਵੀ ਆਰਮੀ ਬਹੁਤ ਘੱਟ ਗਿਣਤੀ ਦੇ ਵਿੱਚ ਹੈਗੀ। ਤਾਂ ਹੁਣ ਜਿਹੜਾ ਏਸ਼ੀਆ ਦਾ ਖਿੱਤਾ ਹੈਗਾ, ਜਿਹੜੇ ਭਾਰਤ ਦੇ ਨਾਲ ਮੁਲਕ ਲੱਗਦੇ ਨੇ, ਉੱਥੇ ਜਿਸ ਤਰ੍ਹਾਂ ਚੀਨ ਵੱਲੋਂ ਦਬਦਬਾ ਵਧਾਇਆ ਜਾ ਰਿਹਾ ਹੈਗਾ ਉਸ ਨੂੰ ਅਮਰੀਕਾ ਲਗਾਤਾਰ ਵਾਚ ਕਰ ਰਿਹਾ ਹੈਗਾ ਕਿ ਕਿਸ ਤਰ੍ਹਾਂ ਉਹਨਾਂ ਮੁਲਕਾਂ ਨੂੰ ਸੌਫਟ ਲੋਨ ਦੇ ਕੇ ਉਹਨਾਂ ਦੇ ਨਾਲ ਵਪਾਰਕ ਸੰਬੰਧ ਮਜ਼ਬੂਤ ਕਰਕੇ ਉਹਨਾਂ ਦੇ ਆਰਥਿਕ ਸੋਮੇ ਕੈਪਚਰ ਕਰਕੇ ਕਿਸ ਤਰ੍ਹਾਂ ਜਿਹੜਾ ਚੀਨ ਹੈਗਾ ਉਹ ਇੰਡੀਆ ਦੇ ਵਿੱਚ ਏਸ਼ੀਆ ਦੇ ਵਿੱਚ ਸਰਦਾਰੀ ਕਰਨਾ ਚਾਹੁੰਦਾ ਹੈਗਾ, ਏਸ਼ੀਆ ਦਾ ਰਾਜਾ ਖੁਦ ਨੂੰ ਘੋਸ਼ਿਤ ਕਰਨਾ ਚਾਹੁੰਦਾ ਹੈਗਾ, ਪਰ ਅਮਰੀਕਾ ਜੋ ਹੈ ਉਹ ਖੁਦ ਨੂੰ ਸੰਸਾਰ ਦਾ ਰਾਜਾ ਕਹਿੰਦਾ ਹੈਗਾ। ਤਾਂ ਉਹਨਾਂ ਨੂੰ ਸਾਫ਼ ਨਜ਼ਰ ਆ ਰਿਹਾ ਕਿ ਜੇਕਰ ਚੀਨ ਨੂੰ ਅੱਜ ਏਸ਼ੀਆ ਦਾ ਰਾਜਾ ਬਣ ਦੇਤਾ ਤਾਂ ਕੱਲ੍ਹ ਨੂੰ ਇਹ ਸੰਸਾਰ ਦਾ ਰਾਜਾ ਬਣਨ ਦੀ ਕੋਸ਼ਿਸ਼ ਵੀ ਕਰੂਗਾ। ਤਾਂ ਭਾਰਤ ਤੇ ਚੀਨ ਦੇ ਦਰਮਿਆਨ ਜੋ ਵਿਵਾਦ ਹੋਇਆਗਾ ਉਹਦੇ 'ਚ ਭਾਰਤ ਦੇ 20 ਫੌਜੀ ਵੀ ਸ਼ਹੀਦ ਹੋਏ, ਜਿਹੜੇ ਚੀਨ ਦੇ ਵੀ ਕਈ ਫੌਜੀ ਮਾਰੇ ਗਏ। ਤਾਂ ਉਹਦੇ ਬਾਅਦ ਇਹ ਵਿਵਾਦ ਦੋਵੇਂ ਮੁਲਕ ਗੱਲਬਾਤ ਰਾਹੀਂ ਸੁਲਝਾ ਰਹੇ ਨੇ ਤੇ ਉਮੀਦ ਆਸ ਹੈ ਕਿ ਦੋਵੇਂ ਮੁਲਕ ਗੱਲਬਾਤ ਰਾਹੀਂ ਸੁਲਝਾ ਵੀ ਲੈਣਗੇ। ਅਤੇ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਵਿਰੋਧ ਸੀਗਾ ਭਾਰਤ ਦੇ ਵਿੱਚ ਚੀਨ ਦੇ ਵਿਰੁੱਧ, ਤਾਂ ਭਾਰਤੀ ਸਰਕਾਰ ਵੱਲੋਂ ਜਿਹੜੀਆਂ 59 ਐਪਸ ਦੇ ਉੱਪਰ ਪਾਬੰਦੀ ਲਗਾਈ ਗਈ, ਜਿਹਦੇ ਨਾਲ ਇੱਕ ਆਰਥਿਕ ਝਟਕਾ ਵੀ ਚੀਨ ਨੂੰ ਲੱਗਿਆਗਾ ਤੇ ਚੀਨ ਵੀ ਹੁਣ ਸਮਝੂਗਾ ਕਿ ਇਹ ਤਾਂ ਲੱਗ ਗਿਆ, ਪਰ ਇਸ ਤੋਂ ਇਲਾਵਾ ਜਿਹੜੀ ਇਨਵੈਸਟਮੈਂਟ ਆ ਉਹਨਾਂ ਦੀ ਇੰਡੀਆ ਦੇ ਵਿੱਚ ਤੇ ਭਵਿੱਖ ਦੇ ਵਿੱਚ ਇਨਵੈਸਟਮੈਂਟ ਕਰਨ ਦੀ ਜਿਹੜੀ ਰਣਨੀਤੀ ਹੈਗੀ, ਕਿਉਂਕਿ ਸਭ ਤੋਂ ਵੱਡਾ ਮੁਲਕ ਤਾਂ ਉਹਨਾਂ ਦੇ ਗਵਾਂਢ ਦੇ ਵਿੱਚ ਇੰਡੀਆ ਹੀ ਹੈ ਜਿੱਥੇ ਉਹ ਵੱਡੇ ਪੱਧਰ ਤੇ ਇਨਵੈਸਟਮੈਂਟ ਕਰ ਸਕਦੇ ਨੇ, ਜਿੱਥੇ ਪਾਪੂਲੇਸ਼ਨ ਵੀ ਜਿਹੜੀ 135 ਕਰੋੜ ਦੇ ਕਰੀਬ ਆ ਗਈ। ਤਾਂ ਇਹ ਇੱਕ ਵੱਡੀ ਮੰਡੀ ਹੈਗੀ, ਇਹਨੂੰ ਚੀਨ ਨਹੀਂ ਖੋਣਾ ਚਾਹੂਗਾ। ਤਾਂ ਦੋਵੇਂ ਮੁਲਕ ਗੱਲਬਾਤ ਦੇ ਨਾਲ
ਮਸਲਾ ਹੱਲ ਕਰ ਸਕਦੇ ਨੇ। ਪਰ ਅਮਰੀਕਾ ਇੱਥੇ ਮੌਕੇ ਤੇ ਚੌਕਾ ਮਾਰਨ ਵਾਲੀ ਹੁਣ ਮੈਨੂੰ ਤਾਕ ਦੇ ਵਿੱਚ ਲੱਗ ਰਿਹਾ ਹੈਗਾ, ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਸੈਕਟਰੀ ਜਨਰਲ ਮਾਈਕ ਪੋਂਪੀਓ ਨੇ ਬਿਆਨ ਦਿੱਤਾਗਾ ਕਿ ਹੁਣ ਅਸੀਂ ਯੂਰਪ ਦੇ ਵਿੱਚੋਂ ਫੌਜ ਕੱਢ ਕੇ ਏਸ਼ੀਆ ਦੇ ਵਿੱਚ ਫੌਜ ਲਾਵਾਂਗੇ। ਤਾਂ ਏਸ਼ੀਆ ਦੇ ਵਿੱਚ ਫੌਜ ਲਾਉਣ ਦਾ ਮਤਲਬ ਇਹ ਹੈ ਕਿ ਭਾਰਤ ਦੇ ਜਿਹੜੇ ਗਵਾਂਢੀ ਮੁਲਕ ਨੇ ਉੱਥੇ ਤਾਂ ਉਹ ਫੌਜ ਲਾਉਣਗੇ, ਪਰ ਨਾਲੋਂ ਨਾਲ ਭਾਰਤ ਸਰਕਾਰ ਨਾਲ ਵੀ ਸ਼ਾਇਦ ਗੱਲਬਾਤ ਕੀਤੀ ਜਾ ਸਕਦੀ ਹੈ ਕਿ LAC ਤੇ ਥੋੜੇ ਬਹੁਤੇ ਅਮਰੀਕੀ ਫੌਜੀਆਂ ਦੇ ਬੇਸ ਕੈਂਪ ਵੀ ਬਣਾ ਦਿੱਤੇ ਜਾਣ, ਤਾਂ ਕਿ ਚੀਨ ਜੋ ਅੱਖਾਂ ਦਿਖਾ ਰਿਹਾ ਹੈਗਾ, ਚੀਨ ਜੋ ਦਬਦਬਾ ਬਣਾ ਰਿਹਾ ਹੈਗਾ, ਉਸ ਤਰ੍ਹਾਂ ਚੀਨ ਨੂੰ ਰੋਕਿਆ ਜਾਵੇ। ਕਿਉਂਕਿ ਇੱਥੇ ਭਾਰਤ ਤੇ ਚੀਨ ਦਾ ਵਿਵਾਦ ਦੋ ਮੁਲਕਾਂ ਦਾ ਇੱਕ ਨਿੱਜੀ ਵਿਵਾਦ ਆ, ਦੋ ਗਵਾਂਢੀਆਂ ਦਾ ਵਿਵਾਦ ਆ, ਦੋ ਗਵਾਂਢੀਆਂ ਦੀ ਲੜਾਈ ਹੈ ਤੇ ਦੋਵੇਂ ਗਵਾਂਢੀ ਜਿਹੜੇ ਹੈਗੇ ਉਹ ਸੁਲਝਾ ਵੀ ਲੈਣਗੇ। ਕਿਉਂਕਿ ਜੇ ਅਸੀਂ ਪਾਕਿਸਤਾਨ ਦੇਖੀਏ ਤਾਂ ਭਾਰਤ ਨੇ ਪਾਕਿਸਤਾਨ ਦੇ ਨਾਲ ਯੁੱਧ ਲੜੇ ਵੀ ਨੇ, ਜਿੱਤੇ ਵੀ ਨੇ, ਪਰ ਇਸ ਤੋਂ ਇਲਾਵਾ ਰਿਸ਼ਤੇ ਸੁਧਰਦੇ ਵੀ ਰਹੇ ਨੇ, ਰਿਸ਼ਤੇ ਖਰਾਬ ਵੀ ਹੁੰਦੇ ਰਹੇ ਨੇ, ਕਿਉਂਕਿ ਗਵਾਂਢੀ ਨੇ, ਗਵਾਂਢੀ ਲੜਦੇ ਵੀ ਰਹਿੰਦੇ ਨੇ ਤੇ ਗਵਾਂਢੀ ਬੋਲਦੇ ਵੀ ਰਹਿੰਦੇ ਨੇ ਆਪਸ ਦੇ ਵਿੱਚ। ਤਾਂ ਚੀਨ ਦੇ ਨਾਲ ਲੜਾਈ ਜ਼ਰੂਰ ਹੋਈ ਹੈ, ਪਰ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਚੀਨ ਦੇ ਨਾਲ ਬੋਲਬਾਣੀ ਪੂਰੀ ਤਰ੍ਹਾਂ ਬੰਦ ਹੋ ਜਾਣੀ ਹੈ। ਭਾਰਤ ਦੀ ਡਿਪਲੋਮੈਟਿਕ ਸੰਬੰਧ ਵੀ ਮਜ਼ਬੂਤ ਨੇ, ਡਿਪਲੋਮੈਟਿਕ ਪੱਧਰ ਤੇ ਫੌਜੀ ਪੱਧਰ ਤੇ ਗੱਲਬਾਤ ਵੀ ਜਾਰੀ ਹੈ ਤੇ ਉਹ ਸੁਧਾਰੇ ਵੀ ਜਾ ਸਕਦੇ ਨੇ। ਪਰ ਮੈਨੂੰ ਲੱਗਦਾ ਕਿ ਅਮਰੀਕਾ ਨੇ ਜਿਸ ਤਰ੍ਹਾਂ ਅਰਬ ਦੇ ਵਿੱਚ ਆਪਣੀ ਫੌਜ ਲਾਈ, ਅਫਗਾਨਿਸਤਾਨ ਦੇ ਵਿੱਚ 41 ਸਾਲ ਤੋਂ ਕੀ ਕੁਝ ਹੋ ਰਿਹਾਗਾ, ਤੇ ਹੁਣ ਥੱਕ ਹਾਰ ਕੇ ਅਮਰੀਕਾ ਜਿਹੜਾ ਕਿਸੇ ਸਮੇਂ ਤਾਲੀਬਾਨ ਦਾ ਵਿਰੋਧੀ ਸੀ, ਹੁਣ ਤਾਲੀਬਾਨ ਦੇ ਨਾਲ ਸਮਝੌਤਾ ਕਰ ਰਿਹਾ ਹੈਗਾ ਉੱਥੇ, ਉਸੇ ਦੋਹਾ ਕਤਰ ਦੇ ਵਿੱਚ ਕਰ ਰਿਹਾ, ਜਿਸ ਦੋਹਾ ਕਤਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਅੱਤਵਾਦੀ ਪੈਦਾ ਕਰਦਾਗਾ। ਤਾਂ ਉਸੇ ਕਤਰ ਦੀ ਰਾਜਧਾਨੀ ਦੋਹਾ ਦੇ ਵਿੱਚ ਹੀ ਦਫ਼ਤਰ ਬਣਾ ਕੇ ਉੱਥੇ ਤਾਲੀਬਾਨ ਦੇ ਨਾਲ ਗੱਲਬਾਤ ਕਰਕੇ ਸਮਝੌਤੇ ਨੂੰ ਸਿਰੇ ਚੜਾਇਆ ਜਾ ਰਿਹਾ। ਤਾਂ ਇੰਜ ਲੱਗ ਰਿਹਾ ਕਿ ਅਮਰੀਕਾ ਜੋ ਹੈ ਇਸ ਮੌਕੇ ਉਹ ਏਸ਼ੀਆ ਦੇ ਵਿੱਚ ਆਪਣੀ ਆਰਮੀ ਦਾ ਦਬਦਬਾ ਵਧਾ ਕੇ ਭਾਰਤ ਵਾਲੇ ਮੁੱਦੇ ਦਾ ਸਹਾਰਾ ਲੈ ਕੇ ਜੋ ਹੈ ਉਹ ਚੀਨ ਦੀ ਵੱਧਦੀ ਤਾਕਤ ਨੂੰ ਏਸ਼ੀਆ ਦੇ ਵਿੱਚ ਰੋਕਣਾ ਚਾਹੁੰਦਾ ਹੈਗਾ, ਤੇ ਉਹਨਾਂ ਨੂੰ ਇਹ ਸਭ ਤੋਂ ਬਿਹਤਰੀਨ ਮੌਕਾ ਲੱਗ ਰਿਹਾ। ਇਸ ਕਰਕੇ ਉਹ ਭਾਰਤ ਦੀ ਪਿੱਠ ਵੀ ਥਪਥਪਾ ਰਹੇ ਨੇ ਤੇ ਇੱਥੇ ਆਰਮੀ ਲਿਆਉਣ ਦੀਆਂ ਗੱਲਾਂ ਵੀ ਜਿਹੜੀਆਂ ਕਰ ਰਹੇ ਨੇ।